अस्सलामुअलैकुम वरहमतुल्लाहि वबरकातुहू। की हाल चाल है जी दोस्तों, साथियों, बहनों तो भाइयों, बेटों तो बेटियों। उम्मीद है अल्लाह के हुक्म दे नाल इंशाअल्लाह सारे ठीक ठाक होंगे। बड़ी मेहरबानी कि तुसी मेरा यूट्यूब चैनल देखते हो। लाइक भी कर दिया करो, सब्सक्राइब भी कर दिया करो, शेयर भी कर दिया करो, बड़ी मेहरबानी। अज असी पाकिस्तानी फिल्म इंडस्ट्री की मशहूर अदाकारा राणी ਉਹਦੀ ਜ਼ਿੰਦਗੀ ਦੇ ਬਾਰੇ ਤੁਹਾਡੇ ਨਾਲ ਤਫਸੀਲਾਂ ਗੁਫ਼ਤਗੂ ਕਰਾਂਗੇ। ਰਾਣੀ ਬਹੁਤ ਹੀ ਖੂਬਸੂਰਤ, ਹਸੀਨ ਜਮੀਲ ਅਦਾਕਾਰਾ ਸੀ ਕਿ ਇਹਨਾਂ ਨੇ ਬਹੁਤ ਬੜੇ ਅਦਾਕਾਰਾਂ ਦੇ ਨਾਲ ਫਿਲਮ ਇੰਡਸਟਰੀ ਦੇ ਵਿੱਚ ਕੰਮ ਕੀਤਾ ਤੇ ਸਾਰੇ ਅਦਾਕਾਰ ਉਹਦੇ ਨਾਲ ਸ਼ਾਦੀ ਕਰਨੇ ਦੇ ਖਾਹਿਸ਼ਮੰਦ ਸੀ। ਤੇ ਉਹ ਅਸੀਂ ਦੱਸਾਂਗੇ ਤੁਹਾਨੂੰ ਕਿ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਿੰਨੀਆਂ ਸ਼ਾਦੀਆਂ ਕੀਤੀਆਂ, ਕਿਹੜੀ ਫਿਲਮ ਕੰਮ ਕੀਤਾ ਤੇ ਆਖਰੀ ਦਿਨਾਂ ਦੇ ਵਿੱਚ ਕਿਹੜੀ ਬਿਮਾਰੀ ਦੀ ਵਜ੍ਹਾ ਨਾਲ ਇਸ ਜਹਾਨੇ ਫਾਨੀ ਤੋਂ ਕੂਚ ਕਰ ਗਈਆਂ। ਰਾਣੀ ਬੇਗਮ ਜਿਹੜੀ ਆ, ਇਹਦਾ ਅਸਲ ਨਾਮ ਹੁੰਦਾ ਨਾਸਰਾ। ਇਹ 8 ਦਸੰਬਰ 1946 ਦੇ ਵਿੱਚ ਮਜ਼ੰਗ ਲਾਹੌਰ ਦੇ ਵਿੱਚ ਪੈਦਾ ਹੋਈਆਂ ਨੇ ਤੇ ਇਹਨਾਂ ਦੇ ਵਾਲਿਦ ਸਾਹਿਬ ਜਿਹੜੇ ਨੇ ਮਲਕ ਮੁਹੰਮਦ ਸ਼ਫੀ ਸਾਹਿਬ ਤੇ ਇਹਨਾਂ ਦੀ ਵਾਲਦਾ ਦਾ ਨਾਮ ਹੁੰਦਾ ਇਕਬਾਲ ਬੇਗਮ, ਜਿਹੜੇ ਬਹੁਤ ਹੀ ਗਰੀਬ ਘਰਾਣੇ ਨਾਲ ਤਲਕ ਰੱਖਦੇ ਹੁੰਦੇ। ਤੁਹਾਨੂੰ ਪਤਾ, ਇੱਕ ਮਾਮੂਲੀ ਡਰਾਈਵਰ ਅੱਜ ਦੇ ਦੌਰ 'ਚ ਵੀ ਦੇਖ ਲਓ ਤੁਸੀਂ, ਜਿਹੜੇ ਲੋਕਾਂ ਦੀਆਂ ਨੌਕਰੀਆਂ ਕਰ ਰਹੇ ਨੇ ਡਰਾਈਵਰ ਦੀਆਂ, ਉਹਦੀ ਕਿੰਨੀ ਕੁ ਤਨਖਾਹ ਹੁੰਦੀ ਆ ਤੇ ਉਸ ਤੋਂ ਤੁਸੀਂ ਅੰਦਾਜ਼ਾ ਲਾ ਲਓ। ਮੇਰਾ ਖਿਆਲ ਅੱਜ ਦੇ ਦੌਰ 'ਚ ਅਗਰ ਡਰਾਈਵਰ ਦੀ ਤਨਖਾਹ ਦੇਖੀ ਜਾਵੇ 20 ਤੋਂ 25 ਦੇ ਦਰਮਿਆਨ ਸ਼ਾਇਦ ਹੀ ਕੋਈ ਹੋਵੇ ਤੇ 30 ਤੋਂ ਉੱਤੇ ਕਿਸੇ ਦੀ ਨਹੀਂ ਹੈਗੀ। ਤੇ ਇਸ ਮਹਿੰਗਾਈ ਦੇ ਦੌਰ 'ਚ ਕਿਵੇਂ ਗੁਜ਼ਾਰਾ ਉਹ ਅੱਜ ਦਾ ਜਿਹੜਾ ਡਰਾਈਵਰ ਆ ਕਰਦਾ ਹੋਵੇਗਾ। ਉਸ ਦੌਰ ਦੇ ਵਿੱਚ ਤਾਂ ਤਨਖਾਹ ਫਿਰ ਤੁਹਾਨੂੰ ਪਤਾ ਹੀ ਆ, ਉਹ ਪੈਸਿਆਂ ਆਨਿਆਂ ਟਕਿਆਂ ਦੇ ਨਾਲ ਹੀ ਹੋਣੀ ਹੈ। ਤੇ ਬਹੁਤ ਗਰੀਬ ਘਰ ਨਾਲ ਰਾਣੀ ਬੇਗਮ ਦਾ ਤਲਕ ਸੀ ਤੇ ਇਹਨਾਂ ਦੇ ਵਾਲਿਦ ਸਾਹਿਬ ਜਿਹੜੇ ਸੀ ਮਲਕ ਮੁਹੰਮਦ ਸ਼ਫੀ ਸਾਹਿਬ, ਇੱਕ ਡਰਾਈਵਰ ਦੀ ਨੌਕਰੀ ਕਰਦੇ ਹੁੰਦੇ ਸੀ। ਆਗਾ ਹਾਸ਼ਰ ਕਸ਼ਮੀਰੀ ਸਾਹਿਬ ਇੱਕ ਬਹੁਤ ਵੱਡੇ ਫਿਲਮ ਸਾਜ਼, ਡਾਇਰੈਕਟਰ ਵਗੈਰਾ ਗੁਜ਼ਰੇ ਨੇ, ਉਹਨਾਂ ਦੇ ਘਰ ਡਰਾਈਵਰ ਦੀ ਨੌਕਰੀ ਕਰਦੇ ਹੁੰਦੇ ਸੀ ਤੇ ਉਹਨਾਂ ਦੀ ਬੇਗਮ ਦਾ ਨਾਮ ਸੀ ਮੁਖਤਾਰ ਬੇਗਮ। ਆਗਾ ਕਸ਼ਮੀਰ ਦੀ ਜਿਹੜੀ ਘਰ ਵਾਲੀ ਸੀ ਉਹਦਾ ਨਾਮ ਸੀ ਮੁਖਤਾਰ ਬੇਗਮ। ਤੇ ਇਹਨਾਂ ਦੋਨਾਂ ਦੇ ਔਲਾਦ ਨਹੀਂ ਸੀ ਹੈ। ਇਹਨਾਂ ਨੇ ਕਿਹਾ ਕਿ ਆਪਾਂ ਕਿਸੇ ਦਾ ਕੋਈ ਬੱਚਾ ਲੈ ਕੇ ਪਾਲ ਲਈਏ ਉਹਨੂੰ, ਤੇ ਹੋ ਸਕਦਾ ਉਹ ਆਉਣ ਵਾਲੇ ਵਕਤ 'ਚ ਸਾਡਾ ਜ਼ਿੰਦਗੀ ਦਾ ਸਹਾਰਾ ਬਣ ਜਾਏ। ਅੱਜ ਕੱਲ੍ਹ ਵੀ ਇਹੀ ਟ੍ਰੈਂਡ ਚੱਲਦਾ, ਜਿਹਦੇ ਕੋਲ ਔਲਾਦ ਨਹੀਂ, ਅੱਲਾਹ ਤਾਲਾ ਨੇ ਜਿਨ੍ਹਾਂ ਨੂੰ ਔਲਾਦਾਂ ਨਹੀਂ ਦਿੱਤੀਆਂ ਹੋਈਆਂ, ਉਹ ਕਿਸੇ ਦਾ ਬੱਚਾ ਲੈ ਕੇ ਆਪਣੇ ਰਿਸ਼ਤੇਦਾਰ ਦਾ, ਅਜ਼ੀਜ਼ੋ ਕਾਰਬ ਦਾ ਲੈ ਕੇ ਪਾਲ ਲੈਂਦੇ ਨੇ। ਕਿਉਂਕਿ ਔਲਾਦ ਦਾ ਨਾ ਹੋਣਾ ਇੱਕ ਬਹੁਤ ਬੜਾ ਦੁੱਖ ਹੈ, ਕਿਉਂਕਿ ਬੁਢਾਪੇ 'ਚ ਜਿਹੜਾ ਸਹਾਰਾ ਬਣਦੀ ਹੈ ਨਾ, ਉਹ ਆਪਣੀ ਔਲਾਦ ਹੀ ਬਣਦੀ ਆ। ਤੇ ਔਲਾਦ ਦੇ ਵਿੱਚੋਂ ਵੀ ਕੋਈ ਐਸੇ ਬੇਨਸਲੇ ਨਿਕਲ ਜਾਂਦੇ ਨੇ ਜਿਹੜੇ ਆਪਣੇ ਮਾਂ ਪਿਓ ਨੂੰ ਬਿਲਕੁਲ ਕੁਛ ਨਹੀਂ ਸਮਝਦੇ ਤੇ ਆਪਣੀਆਂ ਬੁੱਢੀਆਂ ਦੇ ਪਿੱਛੇ ਲੱਗ ਜਾਂਦੇ ਨੇ। ਤੇ ਲੇਕਿਨ ਅੱਲਾਹ ਤਾਲਾ ਨੇ ਕਈ ਔਲਾਦ ਦੇ ਵਿੱਚੋਂ ਐਸੇ ਬੇਟੇ ਵੀ ਐਸੀ ਔਲਾਦ ਵੀ ਅੱਲਾਹ ਤਾਲਾ ਬੇਟਿਆਂ ਦੀ ਸ਼ਕਲ 'ਚ ਇਨਸਾਨ ਨੂੰ ਦੇ ਦਿੰਦਾ, ਜਿਹੜੇ ਆਪਣੇ ਵਾਲਿदैन ਦੀ ਬੁਢਾਪੇ ਦੇ ਵਿੱਚ ਆਖਰੀ ਜ਼ਿੰਦਗੀ ਤੱਕ ਬਹੁਤ ਪਿਆਰ ਮੁਹੱਬਤ ਉਹਨਾਂ ਦੀ ਸੇਵਾ ਕਰਦੇ ਨੇ। ਤੇ ਜਿਹੜਾ ਬੰਦਾ ਆਪਣੇ ਵਾਲਿदैन ਦੀ ਖਿਦਮਤ ਕਰਦਾ ਬੁਢਾਪੇ ਦੇ ਵਿੱਚ, ਤੇ ਸਮਝੋ ਉਸ ਬੰਦੇ ਨੇ ਜੰਨਤ ਹਾਸਲ ਕਰ ਲਈ। ਤੇ ਇਹਨਾਂ ਨੇ ਨਾ ਰਾਣੀ ਨੂੰ ਗੋਦ ਲੈਣ ਦਾ ਫੈਸਲਾ ਕਰ ਲਿਆ। ਸ਼ਫੀ ਸਾਹਿਬ ਗਰੀਬ ਘਰਾਣੇ ਤਲਕ ਸੀ, ਨੇ ਕਿ ਚਲੋ ਦੇ ਦਿਓ ਰਾਣੀ ਬੇਗਮ ਨੂੰ। ਆਗਾ ਹਾਸ਼ਰ ਕਸ਼ਮੀਰੀ ਨੂੰ
ਤੇ ਉਹਨਾਂ ਦੀ ਬੇਗਮ ਮੁਖਤਾਰ ਬੇਗਮ ਰਾਣੀ ਬੇਗਮ ਨੂੰ ਆਪਣੇ ਘਰ ਲੈ ਆਈਆਂ। ਉਹਨਾਂ ਨੇ ਉਹਨਾਂ ਦੀ ਪਰਵਰਿਸ਼ ਤਰਬੀਅਤ ਸ਼ੁਰੂ ਕਰਤੀ। ਜਿਹੜੀ ਮੁਖਤਾਰ ਬੇਗਮ ਸੀ ਨਾ, ਇਹਨਾਂ ਦੀ ਇੱਕ ਭੈਣ ਸੀ ਫਰੀਦਾ ਬੇਗਮ, ਜਿਹੜੀ ਗੁਲੂਕਾਰਾ ਵੀ ਗੁਜ਼ਰੀ ਹੈ। ਹੁਣ ਇਹ ਮੁਖਤਾਰ ਬੇਗਮ ਜਿਹੜੀ ਸੀ, ਇਹਨਾਂ ਦਾ ਪ੍ਰੋਗਰਾਮ ਸੀ ਕਿ ਮੈਂ ਨਾ ਰਾਣੀ ਨੂੰ ਗੁਲੂਕਾਰਾ ਬਣਾਵਾਂਗੀ। ਉਹਦੇ ਵਾਸਤੇ ਇਹਨਾਂ ਨੇ ਉਹਦੇ ਲਈ ਉਸਤਾਦ ਵੀ ਰੱਖ ਲਏ, ਉਹਨੂੰ ਜਿਹੜੇ ਟ੍ਰੇਨਿੰਗ ਦਿੰਦੇ ਸੀ, ਹੋਰ ਵੀ ਬੰਦੋਬਸਤ ਕੀਤਾ। ਲੇਕਿਨ ਜਿਹੜੀ ਰਾਣੀ ਸੀ ਨਾ, ਇਹ ਚਾਹੁੰਦੀ ਸੀ ਮੈਂ ਗੁਲੂਕਾਰਾ ਦੀ ਬਜਾਏ ਅਦਾਕਾਰਾ ਬਣਾ। ਇਹਦਾ ਸ਼ੌਕ, ਲਗਨ, ਮੁਹੱਬਤ ਉਧਰਲੀ ਸਾਈਡ ਨੂੰ ਸੀ। ਇਹਨੇ ਨਾ ਉਧਰ ਗੁਲੂਕਾਰੀ ਵਾਲੀ ਸਾਈਡ ਤੇ ਕੋਈ ਤਵੱਜੋ ਨਹੀਂ ਦਿੱਤੀ। ਤੇ ਇਸ ਤਰ੍ਹਾਂ ਫਿਰ ਉਹ ਮੁਖਤਾਰ ਬੇਗਮ ਜਿਹੜੀ ਆਗਾ ਹਾਸ਼ਰ ਦੀ ਬੀਵੀ, ਉਹਨੇ ਵੇਖਦਿਆਂ ਹੋਇਆ ਵੀ ਇਹ ਇੱਧਰ ਨਹੀਂ ਆਉਣਾ ਚਾਹੁੰਦੀ, ਤੇ ਇਹਨੂੰ ਫਿਰ ਅਦਾਕਾਰੀ ਵਾਲੀ ਸਾਈਡ ਤੇ ਹੀ ਲਾ ਦਿਓ, ਹੋਰ ਕਰਨਾ ਫਿਰ। ਤੇ ਫਿਰ ਆਗਾ ਹਾਸ਼ਰ ਕਸ਼ਮੀਰੀ ਸਾਹਿਬ ਨੇ ਇੱਕ ਫਿਲਮ ਸਾਜ਼ ਅਨਵਰ ਕਮਾਲ ਪਾਸ਼ਾ, ਉਹਨਾਂ ਦੇ ਨਾਲ ਗੱਲ ਕੀਤੀ ਵੀ ਇਹ ਰਾਣੀ ਨੂੰ ਫਿਲਮਾਂ ਦੇ ਵਿੱਚ ਲੈ ਕੇ ਆਣਾ, ਤੇ ਉਹ ਦੇਖੋ ਕੀ ਕਰ ਰਹਾ। ਤੇ ਅਨਵਰ ਕਮਾਲ ਪਾਸ਼ਾ ਸਾਹਿਬ ਨੇ ਨਾ ਫਿਰ ਇਸ ਤਰ੍ਹਾਂ ਕੀਤਾ ਕਿ 1962 ਦੇ ਵਿੱਚ ਆਪਣੀ ਪਹਿਲੀ ਫਿਲਮ ਮਹਿਬੂਬ ਬਣਾਈ। ਉਹਦੇ ਵਿੱਚ ਨਾ ਰਾਣੀ ਨੂੰ ਇੱਕ ਛੋਟਾ ਜਿਹਾ ਕਿਰਦਾਰ ਦਿੱਤਾ ਜਾਂਦਾ, ਜਿਹਦੀ ਵਜ੍ਹਾ ਨਾਲ ਉਹ ਰਾਣੀ ਫਿਰ ਫਿਲਮਾਂ ਦੇ ਵਿੱਚ ਇਨ ਹੋ ਗਈ, ਯਾਨੀ ਥੋੜਾ ਜਿਹਾ ਉਹਦਾ ਤਾਰਫ ਹੋ ਗਿਆ ਵੀ ਰਾਣੀ ਵੀ ਕੋਈ ਹੈ। ਉਹ 16 ਸਾਲ ਦੀ ਉਮਰ ਦੇ ਵਿੱਚ ਉਸ ਫਿਲਮ 'ਚ ਆਈ। ਕਿਉਂਕਿ ਇਹ ਬਹੁਤ ਖੂਬਸੂਰਤ ਸੀ, ਹੁਸੀਨ ਸੀ, ਸੋਹਣੀ ਸੀ, ਨੈਣ ਨਕਸ਼ ਵੀ ਸੋਹਣੇ ਸੀ, ਤੇ ਇਹਨੂੰ ਫਿਲਮੀ ਦੁਨੀਆ ਦੇ ਵਿੱਚ ਡਾਂਸਿੰਗ ਕਿਊਨ, ਲਕਸ ਗਰਲ, ਹੋਰ ਬੜੇ ਨਾਵਾਂ ਤੋਂ ਪੁਕਾਰਿਆ ਜਾਂਦਾ ਸੀ, ਕਿਉਂਕਿ ਖੂਬਸੂਰਤ ਬੜੀ ਸੀ। ਫਿਰ ਜਿੰਨੇ ਵੀ ਫਿਲਮ ਸਾਜ਼, ਹਦਾਇਤਕਾਰ ਸੀ, ਜੋ ਵੀ ਸਾਰੇ, ਉਹਨਾਂ ਨੇ ਵੇਖਿਆ ਇਸ ਲੜਕੀ ਟੈਲੈਂਟ ਹੈ, ਅੱਛਾ ਹੈ, ਅੱਗੇ ਵੱਧ ਸਕਦੀ ਹੈ, ਤਰੱਕੀ ਕਰ ਸਕਦੀ ਹੈ। ਫਿਰ ਇਹਨੂੰ ਨਾ ਇੱਕ ਹੋਰ ਫਿਲਮ ਦੇ ਵਿੱਚ ਕਾਸਟ ਕੀਤਾ ਜਾਂਦਾ। 1963 ਦੇ ਵਿੱਚ ਬਣਦੀ ਮੌਜ ਮੇਲਾ, ਉਹਦੇ ਵਿੱਚ ਵੀ ਇਹਨੂੰ ਸਪੋਰਟਿੰਗ ਰੋਲ ਦਿੱਤਾ ਗਿਆ। ਉਹ ਵੀ ਫਿਲਮ ਕੋਈ ਏਡੀ ਚੱਲੀ ਨਹੀਂ ਹੈਗੀ। ਤੇ ਐਂਡ ਤੇ ਆ ਗਏ ਨਾ ਜੀ, ਆਖਰਕਾਰ 1967 ਦੇ ਵਿੱਚ ਇੱਕ ਫਿਲਮ ਬਣਦੀ ਆ ਦੇਵਰ ਭਾਬੀ। ਉਹਦੇ ਵਿੱਚ ਵਹੀਦ ਮੁਰਾਦ ਸਾਹਿਬ ਹੀਰੋ ਹੁੰਦੇ ਨੇ, ਤੇ ਇਹ ਨਾਲ ਹੁੰਦੀ ਆ। ਤੇ ਬਸ ਫਿਰ ਉਸ ਫਿਲਮ ਨੇ ਚੰਗਾ ਬਿਜ਼ਨਸ ਕੀਤਾ, ਤੇ ਉਸ ਫਿਲਮ ਨੇ ਰਾਣੀ ਨੂੰ ਸ਼ੋਹਰਤ ਦੀਆਂ ਬੁਲੰਦੀਆਂ ਤੇ ਪਹੁੰਚਾਤਾ ਤੇ ਬਹੁਤ ਜ਼ਿਆਦਾ ਮਸ਼ਹੂਰ ਕਰਤਾ। ਬਸ ਫਿਰ ਰਾਣੀ ਕੋਲ ਫਿਲਮ ਇੰਡਸਟਰੀ ਦੇ ਦਰਵਾਜ਼ੇ ਰਾਣੀ ਵਾਸਤੇ ਖੁੱਲ ਗਏ, ਤੇ ਰਾਣੀ ਨੇ ਫਿਰ ਧੜਾ-ਧੜ ਫਿਲਮਾਂ ਬਣਾਈਆਂ, ਭੱਟੀਆਂ ਦੀਆਂ ਬੜੀਆਂ ਫਿਲਮਾਂ ਬਣਾਈਆਂ, ਭੱਟੀਆਂ ਦੀਆਂ ਫਿਲਮਾਂ 'ਚ ਕੰਮ ਕੀਤਾ। ਇੱਥੋਂ ਤੱਕ ਕਿ ਅਨੈਸ ਸੈਨ ਭੱਟੀ ਜਿਹੜਾ ਸੀ ਨਾ, ਉਹ ਵੀ ਰਾਣੀ ਨੂੰ ਚਾਹੁੰਦਾ ਸੀ, ਉਹਦਾ ਵੀ ਦਿਲ ਕਰਦਾ ਸੀ ਕਿ ਮੈਂ ਰਾਣੀ ਨਾਲ ਸ਼ਾਦੀ ਕਰਾਂ, ਲੇਕਿਨ ਰਾਣੀ ਨਹੀਂ ਸੀ ਮੰਨਦੀ। ਤੇ ਇੱਕ ਦਫਾ ਇੱਕ ਫਿਲਮ ਚੰਨ ਮੇਰੇ ਮੱਖਣਾ ਫਿਲਮ ਦਾ ਸਟੇਜ ਲੱਗਿਆ ਸੀ, ਉੱਥੇ ਦਾ ਵਾਕਿਆ ਕਿ ਇਹ ਰਾਣੀ ਨੂੰ ਭੱਟੀ ਜਿਹੜੇ ਨੇ ਅਗਵਾ ਕਰਵਾ ਲੈਂਦੇ ਨੇ, ਤੇ ਰਾਣੀ ਜਿਹੜੀ ਆ 3-4 ਦਿਨ ਤੱਕ ਗਾਇਬ ਰਹਿੰਦੀ ਆ। ਤੇ ਫਿਰ ਕਿਉਂਕਿ ਰਾਣੀ ਦੀ ਬੈਕ ਏਡੀ ਕੋਈ ਤਕੜੀ ਨਹੀਂ ਸੀ, ਫਿਰ ਉਹ ਜਿੰਨੇ ਵੀ ਫਿਲਮ ਇੰਡਸਟਰੀ ਦੇ ਹਦਾਇਤਕਾਰ, ਅਦਾਕਾਰ, ਪ੍ਰੋਡਿਊਸਰ ਸਾਰੇ ਨੇ ਰਲ ਮਿਲ ਕੇ ਇਸ ਮਸਲੇ ਦਾ ਹੱਲ ਕੱਢਿਆ ਔਰ ਫਿਰ ਰਾਣੀ ਨੂੰ ਵਾਪਸ ਕਰਵਾਇਆ। ਤੇ ਫਿਰ ਰਾਣੀ ਨੇ ਬੜੀਆਂ ਫਿਲਮਾਂ ਬਣਾਈਆਂ, ਬੜਾ ਅਰੂਜ ਵੇਖਿਆ, ਤੇ ਉਹਨੇ ਚੰਨ ਮੇਰੇ ਮੱਖਣਾ, ਸੱਜਣ ਪਿਆਰਾ, ਜਿੰਦ ਜਾਨ, ਦੁਨੀਆ ਮਤਲਬ ਦੀ, ਅੰਜਮਨ, ਤੇਜ਼ਾਬ, ਦੱਸਦੇ ਨੇ ਜਦੋਂ ਉਮਰੋ ਜਾਨ ਅਦਾ ਫਿਲਮ ਬਣੀ ਨਾ, ਉਮਰੋ ਜਾਨ ਅਦਾ, ਇਸ ਫਿਲਮ ਨੇ ਵੀ ਬੜਾ ਬਿਜ਼ਨਸ ਕੀਤਾ, ਤੇ ਇਸ ਫਿਲਮ ਦੇ ਗਾਣੇ ਵੀ ਅੱਛੇ ਸੀ, ਤੇ ਇਸ ਫਿਲਮ ਦੀ ਵਜ੍ਹਾ ਨਾਲ ਵੀ ਬਹੁਤ ਹੋਰ ਜ਼ਿਆਦਾ ਮਸ਼ਹੂਰ ਹੋ ਗਈ। ਨਾਗ ਮਨੀ ਬਣਾਈ, ਯਾਨੀ ਬੜੀਆਂ ਫਿਲਮਾਂ ਇਸਨੇ ਬਣਾਈਆਂ, ਤੇ ਇਹਨਾਂ ਨੇ ਬੜੀ ਸ਼ੋਹਰਤ ਹਾਸਲ ਪਾਈ। ਤੇ ਆਖਰਕਾਰ ਇਹਨਾਂ ਨੇ ਫਿਰ ਨਾ ਸ਼ਾਦੀ ਕਰ ਲਈ ਹਸਨ ਤਾਰਕ ਸਾਹਿਬ, ਜਿਹੜੇ ਡਾਇਰੈਕਟਰ ਹੁੰਦੇ ਨੇ, ਉਹਨਾਂ ਦੇ ਨਾਲ। ਉਹਨਾਂ ਦੇ ਵਿੱਚੋਂ ਇੱਕ
ਬੇਟੀ ਹੁੰਦੀ ਹੈ ਰਾਬਿਆ, ਤੇ ਇਹ ਸ਼ਾਦੀ ਵੀ ਫਿਰ ਜ਼ਿਆਦਾ ਦੇਰ ਨਹੀਂ ਚੱਲ ਸਕਦੀ। ਇਹ ਸ਼ਾਦੀ ਤਲਾਕ ਦੀ ਸ਼ਕਲ ਦੇ ਵਿੱਚ ਦੋਨੋਂ ਅਲੱਗਾ ਹੋ ਗਏ। ਫਿਰ ਰਾਣੀ ਨੇ ਦੂਸਰੀ ਸ਼ਾਦੀ ਮੀਆਂ ਜਾਵੇਦ ਕਮਰ ਪ੍ਰੋਡਿਊਸਰ ਉਹਨਾਂ ਦੇ ਨਾਲ ਕਰਾਈ, ਲੇਕਿਨ ਉਹਦੇ ਵਿੱਚੋਂ ਵੀ ਕੋਈ ਔਲਾਦ ਨਹੀਂ ਹੋਈ। ਇਹ ਵੀ ਸ਼ਾਦੀ ਜ਼ਿਆਦਾ ਦੇਰ ਨਹੀਂ ਚੱਲ ਸਕੀ। ਤਲਾਕ ਦੀ ਸ਼ਕਲ 'ਚ ਫਿਰ ਦੋਨੋਂ ਅਲੱਗਾ ਹੋ ਗਏ। ਬਸ ਫਿਰ ਉਸੇ ਦੌਰਾਨ ਦੇ ਵਿੱਚ ਇਹਨਾਂ ਨੂੰ ਕੈਂਸਰ ਹੋ ਜਾਂਦਾ। ਕੈਂਸਰ ਇੱਕ ਐਸਾ ਮੂਜ਼ੀ ਮਰਜ਼ ਆ, ਉਸ ਦੌਰ ਦੇ ਵਿੱਚ ਕੈਂਸਰ ਦਾ ਕੋਈ ਇਲਾਜ ਨਹੀਂ ਸੀ। ਹੁਣ ਆ ਕੇ ਕੈਂਸਰ ਦਾ ਇਲਾਜ ਦਰਿਆਫਤ ਹੋਇਆ। ਹੁਣ ਤਾਂ ਤੁਹਾਨੂੰ ਪਤਾ ਇਮਰਾਨ ਖਾਨ ਸਾਹਿਬ ਨੇ ਵੀ ਸ਼ੌਕਤ ਖਾਨਮ ਹਸਪਤਾਲ ਬਣਾਇਆ ਕੈਂਸਰ ਦਾ। ਇਤਫਾਕ ਹਸਪਤਾਲ 'ਚ ਵੀ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਹਸਪਤਾਲ 'ਚ ਵੀ ਇਲਾਜ ਹੁੰਦਾ। ਹੁਣ ਤਾਂ ਖੈਰ ਕੈਂਸਰ ਦਾ ਇਲਾਜ ਹਰ ਜਗ੍ਹਾ ਤੇ ਮੌਜੂਦ ਆ। ਪਹਿਲਾ ਦੌਰ ਸੀ ਕਿ ਕੈਂਸਰ ਦਾ ਇਲਾਜ ਨਹੀਂ ਸੀ ਹੈਗਾ, ਤੇ ਪਹਿਲੇ ਦੌਰ 'ਚ ਟੀਬੀ ਦਾ ਵੀ ਇਲਾਜ ਨਹੀਂ ਸੀ ਹੁੰਦਾ। ਹੁਣ ਤਾਂ ਅਲਹਮਦੁਲਿਲਾ ਬਹੁਤ ਤਰੱਕੀ ਦੁਨੀਆ ਨੇ ਕਰ ਲਈ ਆ, ਦੁਨੀਆ ਚੰਦ ਤੇ ਪਹੁੰਚ ਗਈ ਆ, ਤੇ ਹੁਣ ਤਾਂ ਹਰ ਬਿਮਾਰੀ ਦਾ ਇਲਾਜ ਆ। ਤੇ ਇਹਨਾਂ ਨੂੰ ਕੈਂਸਰ ਹੋ ਜਾਂਦਾ ਤੇ ਇਹ ਫਿਰ ਇਲਾਜ ਦੀ ਖਾਤਰ ਬਾਹਰਲੇ ਮੁਲਕ ਜਾਂਦੀਆਂ ਨੇ। ਜਿਸ ਵੇਲੇ ਬਾਹਰਲੇ ਮੁਲਕ ਜਾਂਦੀਆਂ, ਉੱਥੇ ਪਾਕਿਸਤਾਨ ਦੇ ਮਸ਼ਹੂਰ ਕ੍ਰਿਕਟਰ ਸਰਫਰਾਜ਼ ਨਵਾਜ਼ ਸਾਹਿਬ ਦੇ ਨਾਲ ਮੁਲਾਕਾਤ ਹੋ ਜਾਂਦੀ ਹੈ। ਸਰਫਰਾਜ਼ ਨਵਾਜ਼ ਜਿਹੜਾ ਨਾ ਬਹੁਤ ਇਹਨਾਂ ਨੂੰ ਚਾਹੁੰਦਾ ਹੁੰਦਾ ਸੀ, ਤੇ ਉਹਨਾਂ ਦੀ ਖਾਹਿਸ਼ ਸੀ ਕਿ ਮੈਂ ਇਹਨਾਂ ਦੇ ਨਾਲ ਸ਼ਾਦੀ ਕਰਵਾਵਾਂ। ਜਦੋਂ ਇਹਨਾਂ ਦੀ ਮੁਲਾਕਾਤ ਉਹਨਾਂ ਦੇ ਨਾਲ ਹੁੰਦੀ ਆ ਤੇ ਉਹਨਾਂ ਨੇ ਆਪਣੀ ਖਾਹਿਸ਼ ਦਾ ਇਜ਼ਹਾਰ ਕੀਤਾ, ਤੇ ਉਹਨਾਂ ਨੇ ਸ਼ਾਦੀ ਦੀ ਪੇਸ਼ਕਸ਼ ਕੀਤੀ, ਤੇ ਰਾਣੀ ਬੇਗਮ ਨੇ ਸਰਫਰਾਜ਼ ਨਵਾਜ਼ ਦੀ ਸ਼ਾਦੀ ਦੀ ਪੇਸ਼ਕਸ਼ ਨੂੰ ਕਬੂਲ ਕਰ ਲਿਆ। ਤੇ ਫਿਰ ਇਹਨਾਂ ਦੀ ਸ਼ਾਦੀ ਹੋ ਜਾਂਦੀ, ਨਿਕਾਹ ਹੋ ਜਾਂਦਾ। ਤੇ ਫਿਰ ਸਨ 1980 ਦੇ ਵਿੱਚ ਇਲੈਕਸ਼ਨ ਕੰਪੇਨ ਦੇ ਵਿੱਚ ਸਰਫਰਾਜ਼ ਨਵਾਜ਼ ਦੀ ਜਿਹੜੀ ਹੁੰਦੀ ਆ, ਉਹਦੇ ਵਿੱਚ ਰਾਣੀ ਨੇ ਹਿੱਸਾ ਲਿਆ। ਉਹ ਜਦੋਂ ਜ਼ਿਆਉਲ ਹਕ ਨੇ ਇਲੈਕਸ਼ਨ ਕਰਾਏ ਸੀ ਸਨ 1980 ਦੇ ਵਿੱਚ, ਇਲੈਕਸ਼ਨ ਦੀ ਕੰਪੇਨ ਦੇ ਵਿੱਚ ਵੀ ਹਿੱਸਾ ਲਿਆ। ਤੇ ਲੇਕਿਨ ਇਹ ਵੀ ਸ਼ਾਦੀ ਫਿਰ ਕੁਝ ਜ਼ਿਆਦਾ ਦੇਰ ਨਾ ਚੱਲ ਸਕੀ, ਤੇ ਇਹ ਵੀ ਤਲਾਕ ਦੀ ਸ਼ਕਲ ਦੇ ਵਿੱਚ ਫਿਰ ਅਲੱਗਾ ਹੋ ਜਾਂਦੇ ਨੇ। ਪਤਾ ਨਹੀਂ ਇਹ ਕੀ ਗੱਲ ਆ, ਅਦਾਕਾਰਾਂ ਨੂੰ ਜਾਂ ਜਿੰਨੇ ਵੀ ਮਸ਼ਹੂਰ ਹਸਤੀਆਂ ਨੇ, ਕ੍ਰਿਕਟਰ, ਸਿਆਸਤਦਾਨ ਹੋ ਗਏ, ਇਹ ਇੰਨੀਆਂ ਸ਼ਾਦੀਆਂ ਕਿਉਂ ਕਰਦੇ ਨੇ? ਤੇ ਕਰਦੇ ਵੀ ਬੜੀ ਖੁਸ਼ੀ ਦੇ ਨਾਲ ਆ, ਤੇ ਫਿਰ ਇੱਕ ਦੂਜੇ ਨੂੰ ਛੱਡ ਵੀ ਜਲਦੀ ਦਿੰਦੇ ਨੇ। ਸਮਝ ਨਹੀਂ ਆਉਂਦੀ ਇਸ ਗੱਲ ਦੀ। ਤੇ ਚਲੋ ਕੋਈ ਗੱਲ ਨਹੀਂ, ਸ਼ਾਦੀਆਂ ਜ਼ਿਆਦਾ ਕਰਨਾ ਇਸਲਾਮ ਦੇ ਵਿੱਚ ਜਾਇਜ਼ ਆ, ਲੇਕਿਨ ਤਲਾਕ ਦੇਣਾ ਗਲਤ ਆ। ਬਾਰ-ਬਾਰ ਛੱਡੀ ਜਾਓ ਤੇ ਨਵੀਆਂ ਕਰੀ ਜਾਓ। ਜਿਹਦੇ ਨਾਲ ਸ਼ਾਦੀ ਕਰੋ ਉਹਨੂੰ ਵੀ ਰੱਖੋ, ਨਵੀਂ ਫਿਰ ਸ਼ਾਦੀ ਕਰ ਲਓ। ਅਗਰ ਤੁਹਾਡੇ ਕੋਲ ਵਸਾਇਲ ਹੈ ਨੇ ਤੇ ਕੋਈ ਗੱਲ ਨਹੀਂ, ਇਸਲਾਮ 'ਚ ਸ਼ਾਦੀਆਂ ਜਾਇਜ਼ ਨੇ, ਲੇਕਿਨ ਤਲਾਕ ਨਾ ਦਵੋ ਜਲਦੀ। ਬਾਕੀ ਰਾਣੀ ਸਾਹਿਬਾ ਫਿਰ 27 ਮਈ 1993 ਨੂੰ 46 ਸਾਲ ਦੀ ਉਮਰ ਦੇ ਵਿੱਚ ਆਪਣੇ ਖਾਲਕ ਹਕੀਕੀ ਨੂੰ ਜਾ ਮਿਲਦੀਆਂ ਨੇ। ਇਸ ਜਹਾਨੇ ਫਾਨੀ ਤੋਂ ਕੂਚ ਕਰ ਜਾਂਦੀਆਂ ਨੇ, ਤੇ ਕੂਚ ਇੱਕ ਦਿਨ ਅਸੀਂ ਵੀ ਕਰਨਾ, ਤੁਸੀਂ ਵੀ ਕਰਨਾ, ਸਭ ਨੇ ਕਰਨਾ, ਤੇ ਉਹਦੀ ਤਿਆਰੀ ਵੀ ਕਰਨੀ ਚਾਹੀਦੀ ਹੈ। ਇਹ ਆਰਜ਼ੀ ਮਜ਼ੇ ਨੇ, ਆਰਜ਼ੀ ਜ਼ਿੰਦਗੀ ਆ, ਤੇ ਹਰ ਬੰਦਾ ਕਹਿੰਦਾ ਯਾਰ ਫੜ ਲਓ ਇਸ ਦੁਨੀਆ ਨੂੰ, ਫੜ ਲਓ, ਤੇ ਫੜ ਕੋਈ ਵੀ ਨਹੀਂ ਸਕਦਾ। ਤੇ ਖਾਲੀ ਹੱਥ ਜਾਣਾ ਤੇ ਸਿਰਫ ਅਮਾਲ ਹੀ ਨਾਲ ਜਾਣੇ ਨੇ। ਅਮਾਲ ਉਹ ਕਿਹੜੇ ਨੇ? ਜਿਹੜੇ ਨੇਕ ਕੰਮ ਕੀਤੇ ਹੋਏ ਨੇ, ਨਮਾਜ਼ਾਂ ਪੜ੍ਹੀਆਂ ਹੋਈਆਂ, ਤੇ ਉਹ ਚੀਜ਼ ਨਾਲ ਜਾਣੀ ਹੈ। ਜੇ ਕਿਸੇ ਦਾ ਭਲਾ ਕੀਤਾ, ਕਿਸੇ ਦਾ ਬੁਰਾ ਨਹੀਂ ਕੀਤਾ, ਚੁਗਲੀ ਨਹੀਂ ਕੀਤੀ, ਤੇ ਕਿਸੇ ਨੂੰ ਤਕਲੀਫ ਨਹੀਂ ਪਹੁੰਚਾਈ, ਕਿਸੇ ਦਾ ਦਿਲ ਨਹੀਂ ਦੁਖਾਇਆ, ਇਹੀ ਅਮਾਲ ਨੇ ਅੱਛੇ, ਜਿਹੜੇ ਨਾਲ ਜਾਣੇ ਨੇ। ਅੱਲਾਹ ਤਾਲਾ ਤੁਹਾਨੂੰ ਔਰ ਮੈਨੂੰ
نبی کریم صلی اللہ علیہ وسلم دی زندگی دے مطابق زندگی گزارن دی توفیق عطا فرمائے، آمین ثم آمین۔ جنہیں بھی رشتہ دار عزیز و اقارب، جنہیں بھی اداکار رانی وغیرہ، اللہ تعالیٰ سب دیاں خطامات نو معاف کر کے انہاں نو جنت الفردوس دے وچ اعلیٰ مقام عطا فرمائے۔ السلام علیکم ورحمۃ اللہ وبرکاتہ۔